ਵਡਭਾਗੀ ਜੀਵ ਹਾਂ ਜਿਨ੍ਹਾਂ ਨੂੰ ਸੰਧਿਆ ਦੇ ਵੇਲੇ ਸੱਜੇ ਹੋਏ ਦੀਵਾਨ ਵਿੱਚ ਮਿਲ ਬੈਠ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪਾਵਨ ਗੁਰ ਇਤਿਹਾਸ ਸਰਵਣ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਕਵੀ ਸੰਤੋਖ ਸਿੰਘ ਜੀ ਦਰਸਾ ਰਹੇ ਸਨ, ਗੁਰੂ ਨਾਨਕ ਸਾਹਿਬ ਮਹਾਰਾਜ ਖਰਾ ਸੌਦਾ ਕਰਕੇ ਆਉਂਦੇ ਹੈ। ਪਿਤਾ ਮਹਿਤਾ ਕਾਲੂ ਜੀ ਵੱਲੋਂ ਦਿੱਤੇ ਹੋਏ 20 ਰਜਤ ਪਨ ਜੋ ਸਨ, 20 ਰੁਪਈਏ ਜੋ ਸਨ, ਉਹਨਾਂ ਦਾ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਕੇ ਘਰ ਆ ਜਾਂਦੇ। ਮਹਿਤਾ ਕਾਲੂ ਜੀ ਬਹੁਤ ਗੁੱਸੇ ਵਿੱਚ ਆਉਂਦੇ ਨੇ। ਆਣ ਕੇ ਤੇ ਆਪਣੇ ਪਿਤਾ ਮਹਿਤਾ ਕਾਲੂ ਜੀ ਜੋ ਸਨ ਆਪਣੇ ਪੁੱਤਰ ਨਾਨਕ ਨੂੰ ਇੱਕ ਚਪੇੜ ਮਾਰ ਦਿੰਦੇ। ਜਿਸ ਤੋਂ ਬਾਅਦ ਜਿਨ੍ਹਾਂ ਨੇ ਇਹ ਸਾਰਾ ਕੁਝ ਵੇਖਿਆ ਉਹਨਾਂ ਨੇ ਜਾ ਕੇ ਰਾਏ ਬੁਲਾਰ ਜੀ ਦੇ ਕੋਲ ਸ਼ਿਕਾਇਤ ਕੀਤੀ। ਰਾਏ ਜੀ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਦਇਆਲੂ ਸੁਭਾਅ ਹੈ ਤੇ ਮਹਿਤਾ ਕਾਲੂ ਜੀ ਜਿਹੜੇ ਉਹ ਕਠੋਰ ਨੇ, ਉਹਨਾਂ ਨੇ ਨਾਨਕ ਨੂੰ ਚਪੇੜ ਮਾਰੀ ਹੈ। ਰਾਏ ਬੁਲਾਰ ਜੀ ਨੇ ਸੁਨੇਹਾ ਭੇਜ ਕੇ ਘਰੇ ਸੱਦਿਆ ਹੈ ਤੇ ਸੱਦਣ ਤੋਂ ਬਾਅਦ ਰਾਏ ਬੁਲਾਰ ਜੀ ਮਹਿਤਾ ਕਾਲੂ ਜੀ ਨੂੰ ਬਹੁਤ ਜ਼ਿਆਦਾ ਝਿੜਕਦੇ ਨੇ। ਇੱਕ ਗੱਲ ਆਖਦੇ ਨੇ ਕਿ ਜੇਕਰ ਨਾਨਕ ਤੇਰਾ ਧਨ ਦੌਲਤ ਹੀ ਖਰਾਬ ਕਰਦਾ ਏ, ਜਿੰਨੇ ਪੈਸੇ ਖਰਾਬ ਕੀਤੇ ਉਹ ਤੂੰ ਮੇਰੇ ਕੋਲੋਂ ਲੈ ਲੈ। ਉਹਨਾਂ ਨੇ 20 ਰਜਤ ਪਨ ਜਿਹੜੇ ਸਨ ਉਹ ਵੀ ਕਾਲੂ ਨੂੰ ਦੇ ਦਿੱਤੇ। ਹਾਲਾਂਕਿ ਮਹਿਤਾ ਕਾਲੂ ਜੀ ਨੇ ਬਹੁਤ ਜ਼ਿਆਦਾ ਇਨਕਾਰ ਵੀ ਕੀਤਾ, ਪਰ ਜਦੋਂ ਸਾਰੇ ਲੋਕ ਇੱਕ ਪਾਸੇ ਹੋ ਕੇ ਕਹਿ ਰਹੇ ਸਨ ਕਿ ਕਾਲੂ ਜੀ ਨੇ ਜੋ ਕੀਤਾ ਚੰਗਾ ਨਹੀਂ ਕੀਤਾ, ਤੇ ਇਸ ਤੋਂ ਬਾਅਦ ਫਿਰ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਮਹਿਤਾ ਕਾਲੂ ਜੀ ਰਾਏ ਬੁਲਾਰ ਜੀ ਦੇ ਕੋਲ ਜਾ ਕੇ ਉਹ ਸਾਰੇ ਪੈਸੇ ਜਿਹੜੇ ਉਹ ਵਾਪਸ ਕਰ ਆਉਂਦੇ ਨੇ। ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿਹੜੇ ਸਨ ਫੇਰ ਨਨਕਾਣਾ, ਉਸ ਰਾਏ ਭੋਏ ਦੀ ਤਲਵੰਡੀ ਜਿਹਨੂੰ ਆਪਾਂ ਨਨਕਾਣਾ ਸਾਹਿਬ ਆਖਦੇ ਹਾਂ, ਉਹਦੇ ਵਿੱਚ ਰਹਿ ਕੇ ਵਿਚਰਦੇ, ਆਪਣੀ ਮਨ ਮਰਜ਼ੀ ਦੇ ਨਾਲ ਆਉਂਦੇ ਜਾਂਦੇ। ਇਸ ਤੋਂ ਅਗਲੇਰੀ ਇਤਿਹਾਸ ਦੀ ਲੜੀ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਕੀ ਦਰਸਾ ਰਹੇ ਨੇ, ਇਸ ਦੀ ਵਿਚਾਰ ਨਾਲ ਜੁੜ ਸਕੀਏ, ਇਸ ਲਈ ਆਪ ਸਮੂਹ ਸੰਗਤ ਰਸਨਾ ਤੋਂ ਉਚਾਰਨ ਕਰਿਓ। ਸਾਰੇ ਆਖਿਓ ਜੀ, ਸਤਨਾਮ ਵਾਹਿਗੁਰੂ ਸਾਹਿਬ ਜੀ। ਕਵੀ ਸੰਤੋਖ ਸਿੰਘ ਜੀ ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਦੇ ਅੰਦਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪਾਵਨ ਇਤਿਹਾਸ ਬਿਆਨ ਕਰਦੇ ਹੋਏ ਆਖਦੇ ਨੇ, ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ 5 ਸਾਲ ਵੱਡੇ ਨੇ ਉਹਨਾਂ ਦੇ ਭੈਣ ਜੀ, ਜਿਨ੍ਹਾਂ ਨੂੰ ਬੜੇ ਪਿਆਰ ਦੇ ਨਾਲ ਸਿੱਖ ਜਗਤ ਦੇ ਅੰਦਰ ਬੇਬੇ ਨਾਨਕੀ ਕਿਹਾ ਜਾਂਦਾ ਹੈ। ਤੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਮਹਿਤਾ ਕਾਲੂ ਜੀ ਦੀ ਵੱਡੀ ਪੁੱਤਰੀ ਜੋ ਨਾਨਕੀ ਹੈ ਉਹ ਬੜੇ ਸੁੰਦਰ ਸਰੂਪ ਵਾਲੀ ਤੇ ਸ਼ੁਭ ਗੁਣਾ ਵਾਲੀ ਹੈ। ਉੱਥੋਂ ਦਾ ਰਾਜਾ ਭਾਵ ਰਾਏ ਬੁਲਾਰ ਜਿਹੜਾ ਸੀ ਉਹ ਵੀ ਬੇਬੇ ਨਾਨਕੀ ਜੀ ਨੂੰ ਆਪਣੀ ਪੁੱਤਰੀ ਸਮਾਨ ਹੀ ਸਮਝਦਾ ਸੀ, ਤੇ ਉਹ ਜਿਹੜਾ ਸੀ ਉਹ ਕਿਸੇ ਚੰਗੇ ਘਰ ਦੇ ਵਿੱਚ ਚਾਹੁੰਦਾ ਸੀ ਕਿ ਨਾਨਕੀ ਜੀ ਦਾ ਵਿਆਹ ਆਨੰਦ ਕਾਰਜ ਜਿਹੜਾ ਹੈ ਉਹ ਹੋ ਜਾਵੇ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਸੁਲਤਾਨਪੁਰ ਜੋ ਇੱਕ ਵੱਡੀ ਨਗਰੀ ਸੀ ਉਸ ਵਕਤ, ਜਿਹਦੇ ਵਿੱਚ ਬਹੁਤ ਜ਼ਿਆਦਾ ਬਾਜ਼ਾਰ ਸੀ। ਕਿਸੇ ਸਮੇਂ ਸੁਲਤਾਨਪੁਰ ਲੋਧੀ ਜੋ ਹੈ ਲੋਧੀ ਖਾਨਦਾਨ ਦੇ ਵੱਲੋਂ ਵਸਾਇਆ ਗਿਆ, ਔਰ ਇੰਨਾ ਵੱਡਾ ਸੀ ਕਿ ਵਿਦਿਆ ਦਾ ਸਭ ਤੋਂ ਵੱਡਾ ਗੜ੍ਹ ਜਿਹੜਾ ਸੀ ਉਹ ਵੀ ਸੁਲਤਾਨਪੁਰ ਲੋਧੀ ਦੇ ਵਿੱਚ ਸੀ। ਇਤਿਹਾਸ ਆਖਦਾ ਹੈ ਕਿ ਕਿਸੇ ਵਕਤ ਛੋਟੇ ਹੁੰਦਿਆਂ ਔਰੰਗਜ਼ੇਬ ਬਾਦਸ਼ਾਹ ਜੋ ਹੈ ਉਹ ਵੀ ਸੁਲਤਾਨਪੁਰ ਲੋਧੀ ਦੇ ਵਿੱਚ ਆਣ ਕੇ ਪੜ੍ਹ ਕੇ ਗਿਆ ਸੀ, ਭਾਵ ਇੰਨਾ ਵੱਡਾ ਕਿਸੇ ਸਮੇਂ ਸ਼ਹਿਰ ਸੀ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਸੁਲਤਾਨਪੁਰ ਨਗਰ ਦੇ ਰਹਿਣ ਵਾਲੇ ਜੋ ਜੈ ਰਾਮ ਜੀ ਸਨ, ਇੱਕ ਚੰਗੇ ਖੱਤਰੀ ਕੁੱਲ ਦੇ ਵਿੱਚ ਪੈਦਾ ਹੋਏ ਜਵਾਨ ਸੀ, ਚੰਗੀ ਬੁੱਧੀ ਵਾਲਾ ਸੀ,
ਤੇ ਚੰਗੇ ਸੁਭਾਅ ਵਾਲਾ ਸੀ। ਕਹਿਣ ਲੱਗੇ ਕਿ ਫਿਰ ਜੈ ਰਾਮ ਜੀ ਦੇ ਨਾਲ ਬੇਬੇ ਨਾਨਕੀ ਜੀ ਦਾ ਜੋ ਰਿਸ਼ਤਾ ਹੈ ਉਹ ਤੈਅ ਹੋ ਜਾਂਦਾ ਹੈ। ਤੇ ਦੋਵੇਂ ਜਿਹੜੇ ਸਨ, ਜਿੱਥੇ ਬੇਬੇ ਨਾਨਕੀ ਜੀ ਬੜੇ ਚੰਗੇ ਗੁਣਾਂ ਵਾਲੇ ਸਨ, ਉੱਥੇ ਜੈ ਰਾਮ ਜੀ ਜੋ ਸਨ ਉਹ ਵੀ ਸ਼ੁਭ ਗੁਣਾਂ ਵਾਲੇ, ਚੰਗੇ ਗੁਣਾਂ ਵਾਲੇ ਸਨ। ਦੋਵਾਂ ਦਾ ਮੇਲ ਹੋ ਜਾਂਦਾ ਹੈ। ਕਹਿਣ ਲੱਗੇ ਕਿ ਫਿਰ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਬਰਾਤ ਚੱਲਦੀ ਹੈ, ਤਲਵੰਡੀ ਦੇ ਵਿੱਚ ਆਣ ਕੇ ਉਹ ਢੁਕਾ ਕਰਦੀ ਹੈ ਤੇ ਉਸ ਨਗਰੀ ਦੇ ਵਿੱਚ ਸੱਜ ਧੱਜ ਕੇ ਜਿਹੜੇ ਉਹ ਸਾਰੇ ਲੋਕ ਬਰਾਤੀ ਜਿਹੜੇ ਸਨ ਵਿੱਚ ਸ਼ਾਮਲ ਹੁੰਦੇ ਹਨ। ਕਵੀ ਸੰਤੋਖ ਸਿੰਘ ਜੀ ਕਹਿੰਦੇ ਹੈ ਕਿ ਉਸ ਵਕਤ ਕੁਝ ਬਰਾਤੀ ਜਿਹੜੇ ਸਨ ਘੋੜਿਆਂ ਤੇ ਆਉਂਦੇ ਹੈ, ਕੁਝ ਹਾਥੀਆਂ ਤੇ ਆਉਂਦੇ ਹੈ। ਹਾਥੀ ਜਿਹੜਿਆਂ ਤੇ ਆਏ ਉਹ ਹਾਥੀ ਵੀ ਬੜੇ ਸੋਹਣੇ ਸਨ, ਘੋੜੇ ਵੀ ਬਹੁਤ ਸੋਹਣੇ ਸੀ। ਕਹਿਣ ਲੱਗੇ ਰੰਗ ਬਰੰਗੇ ਕਈਆਂ ਨੇ ਸੁੰਦਰ ਕੱਪੜੇ ਜੋ ਸੀ ਉਹ ਵੀ ਪਾਏ ਹੋਏ ਸਨ, ਜਿਹੜੇ ਬੜੇ ਸੋਹਣੇ ਲੱਗਦੇ ਸਨ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਫਿਰ ਉੱਥੇ ਜਿਹੜੇ ਬਰਾਤੀ ਆਏ ਹੋਏ ਹੈ ਉਹਨਾਂ ਦੇ ਵਿੱਚੋਂ ਕਈਆਂ ਨੇ ਬੜੇ ਸੋਹਣੇ ਗਹਿਣੇ ਜਿਹੜੇ ਸੀ ਆਪਣੇ ਤਨ ਦੇ ਉੱਪਰ ਧਾਰਨ ਕੀਤੇ ਹੋਏ ਹੈ, ਤੇ ਕਈਆਂ ਨੇ ਐਸੇ ਐਸੇ ਜਿਹੜੇ ਸਨ ਗਹਿਣੇ ਧਾਰਨ ਕੀਤੇ ਸੀ ਜਿਹੜੇ ਲਿਸ਼ਕਾਂ ਮਾਰਦੇ ਪਏ ਸਨ, ਭਾਵ ਬੜੇ ਸੋਹਣੇ ਲੱਗਦੇ ਪਏ ਸਨ। ਕਹਿਣ ਲੱਗੇ ਕਿ ਫਿਰ ਉੱਥੇ ਧਨ ਦੀ ਵਰਖਾ ਹੋ ਰਹੀ ਹੈ, ਭਾਵ ਧਨ ਸੁੱਟਿਆ ਜਾ ਰਿਹਾ ਹੈ, ਪੈਸੇ ਸੁੱਟੇ ਜਾ ਰਹੇ ਹੈ, ਤੇ ਜਿਹਦੇ ਨਾਲ ਗਰੀਬ ਲੋਕ ਜਿਹੜੇ ਸਾਨੂੰ ਪੈਸਿਆਂ ਨੂੰ ਲੁੱਟ ਰਹੇ ਨੇ, ਪਕੜ ਰਹੇ ਨੇ, ਤੇ ਉਹ ਧਨ ਪ੍ਰਾਪਤ ਕਰ ਰਹੇ ਹਨ ਤੇ ਪ੍ਰਸ਼ੰਸਾ ਕਰ ਰਹੇ ਹਨ। ਕਹਿਣ ਲੱਗੇ ਕਿ ਬੇਦੀ ਕੁਲ ਦੇ ਵਿੱਚ ਜੈ ਰਾਮ ਜੀ ਬਰਾਤ ਲੈ ਕੇ ਆਏ ਨੇ, ਤੇ ਬੇਦੀ ਕੁਲ ਦੇ ਵਿੱਚ ਹੁਣ ਕਈ ਤਰ੍ਹਾਂ ਦੇ ਉੱਥੇ ਨਗਾਰੇ ਵੱਜ ਰਹੇ ਨੇ, ਉੱਥੇ ਬੜੇ ਤਰ੍ਹਾਂ ਦੇ ਕਰਤੱਵ ਦਿਖਾਏ ਜਾ ਰਹੇ ਨੇ, ਭਾਂਤ ਭਾਂਤ ਦੇ ਕੌਤਕ ਜਿਹੜੇ ਹੈ ਉੱਥੇ ਬੇਦੀ ਕੁਲ ਦੇ ਵਿੱਚ ਜਿਹੜੇ ਲੋਕ ਨੇ ਉਹ ਕਰਦੇ ਪਏ ਹਨ। ਕਹਿਣ ਲੱਗੇ ਕਿ ਹੁਣ ਫਿਰ ਜਦੋਂ ਬਰਾਤ ਵਾਲੇ ਸਾਰੇ ਆ ਜਾਂਦੇ ਹੈ ਤੇ ਆਗਿਆ ਪ੍ਰਾਪਤ ਕਰਕੇ ਪੁੱਛਣ ਤੋਂ ਬਾਅਦ ਫਿਰ ਉਹ ਰਾਤ ਦਾ ਟਿਕਾਣਾ ਕਰਦੇ ਹੈ ਕਿ ਕਿੱਥੇ ਕਿੱਥੇ ਕਿਹਨੇ ਕਿਹਨੇ ਵਿਸ਼ਰਾਮ ਕਰਨਾ ਹੈ। ਕਹਿੰਦੇ ਇੰਨਾ ਚਿਰ ਨੂੰ ਸੂਰਜ ਜਿਹੜਾ ਉਹ ਛਿਪ ਜਾਂਦਾ ਹੈ, ਤੇ ਸੂਰਜ ਛਿਪਣ ਤੋਂ ਬਾਅਦ ਫਿਰ ਦੀਵੇ ਜਗਾ ਲਏ ਜਾਂਦੇ ਹਨ। ਸੁਭਾਵਕ ਹੈ ਕਿ ਉਸ ਵਕਤ ਵੀ ਅੱਜ ਵੀ ਹੈ ਬਹੁਤਾਂਤ ਰੂਪ ਦੇ ਵਿੱਚ ਕਿ ਸਨਾਤਨ ਮੱਤ ਵਾਲੇ ਜਿਹੜੇ ਹਨ, ਜਿਹੜੇ ਹਿੰਦੂ ਲੋਕ ਹਨ, ਉਹ ਰਾਤ ਦੇ ਵਕਤ ਫੇਰੇ ਕਰਦੇ, ਅੱਜ ਵੀ ਕਰਦੇ ਹੈ। ਕਵੀ ਸੰਤੋਖ ਸਿੰਘ ਕਹਿੰਦੇ ਫਿਰ ਰਾਤ ਪੈ ਜਾਂਦੀ ਹੈ, ਫਿਰ ਫੇਰੇ ਹੁੰਦੇ ਹੈ ਬੇਬੇ ਨਾਨਕੀ ਜੀ ਦੇ, ਜੈ ਰਾਮ ਜੀ ਦੇ, ਤੇ ਕਹਿੰਦੇ ਉਸ ਤੋਂ ਬਾਅਦ ਫਿਰ ਉਸ ਵਕਤ ਦਾ ਜੋ ਰੀਤੀ ਰਿਵਾਜ ਸੀ ਕਿ ਬਹੁਤ ਸਾਰੇ ਪੁਜਾਰੀ ਬ੍ਰਾਹਮਣਾਂ ਨੂੰ, ਗਰੀਬ ਲੋਕਾਂ ਨੂੰ ਵੀ ਉਹਨਾਂ ਨੂੰ ਦਾਨ ਦਿੱਤਾ ਜਾਂਦਾ ਹੈ। ਦਾਨ ਦੇਣ ਤੋਂ ਬਾਅਦ ਜਿਹੜੇ ਹਨ ਉਹ ਲੋਕ ਗੀਤ ਗਾ ਰਹੇ ਹਨ, ਭਾਵ ਖੁਸ਼ੀ ਮਨਾ ਰਹੇ ਹਨ। ਕਹਿਣ ਲੱਗੇ ਕਿ ਦੋਵਾਂ ਪਰਿਵਾਰਾਂ ਦਾ ਇੱਦਾਂ ਕਰਕੇ ਮੇਲ ਹੋ ਜਾਂਦਾ ਹੈ, ਤੇ ਦੋਵੇਂ ਪਰਿਵਾਰ ਜਿਹੜੇ ਸਨ ਉਹ ਬੜੇ ਖੁਸ਼ ਸਨ, ਤੇ ਬਹੁਤ ਸਾਰੀਆਂ ਵਸਤੂਆਂ ਚੀਜ਼ਾਂ ਮਹਿਤਾ ਕਾਲੂ ਜੀ ਨੇ ਆਪਣੀ ਪੁੱਤਰੀ ਜਿਹੜੀ ਹੈ ਨਾ ਨਾਨਕੀ ਜੀ ਉਹਨੂੰ ਦਿੱਤੀਆਂ ਹਨ। ਕਵੀ ਸੰਤੋਖ ਸਿੰਘ ਕਹਿੰਦੇ ਨੇ ਜੈ ਰਾਮ ਜੀ ਬੜੇ ਪ੍ਰਸੰਨ ਹੋ ਕੇ ਖੁਸ਼ੀ ਦੇ ਨਾਲ ਬਰਾਤ ਨੂੰ ਵਾਪਸ ਲੈ ਕੇ, ਭਾਵ ਬੇਬੇ ਨਾਨਕੀ ਜੀ ਦੇ ਨਾਲ ਵਿਆਹ ਆਨੰਦ ਕਾਰਜ ਕਰਾਉਣ ਤੋਂ ਬਾਅਦ ਖੁਸ਼ੀ ਖੁਸ਼ੀ ਬਰਾਤ ਲੈ ਕੇ ਵਾਪਸ ਮੁੜ ਜਾਂਦੇ ਹਨ। ਜਦੋਂ ਜੈ ਰਾਮ ਜੀ ਤੇ ਬੇਬੇ ਨਾਨਕੀ ਜੀ ਦੇ ਵਿਆਹ ਨੂੰ ਕੁਝ ਦਿਨ ਬਤੀਤ ਹੋ ਜਾਂਦੇ ਹੈ,
ਫਿਰ ਉਸ ਤੋਂ ਬਾਅਦ ਮਹਿਤਾ ਕਾਲੂ ਜੀ ਆਪਣੇ ਪੁੱਤਰ ਨਾਨਕ ਨੂੰ ਆਖਦੇ ਹੈ ਕਿ ਨਾਨਕ ਤੂੰ ਜਾ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਆਪਣੀ ਭੈਣ ਨੂੰ ਲੈ ਕੇ ਆ। ਮਾਨ ਤਿਗ ਮੈਂ ਅਨਕੰਪਨ ਐਨ ਤੂਸਨੀ ਕੇ ਜਾਏ ਕਿਹਨਾ ਨੀਚੇ ਨੈਣ ਹੈਰਾਈ ਕੈ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਕੋਲ ਚੁੱਪ ਕੀਤੇ ਰਹਿੰਦੇ ਆ, ਕੋਈ ਜਵਾਬ ਵੀ ਨਹੀਂ ਦਿੰਦੇ, ਬਲਕਿ ਨੀਵੀਂ ਪਾ ਕੇ ਜਿਹੜੇ ਹੈ ਨਾ ਉਹ ਪਿਤਾ ਮਹਿਤਾ ਕਾਲੂ ਜੀ ਦੇ ਸਾਹਮਣੇ ਖੜੇ ਰਹਿੰਦੇ ਹਨ। ਰਾਏ ਕੇ ਨਿਕ ਬਜਾਏ ਸਭ ਹੀ ਸੁਨਾਏ ਵਿਦ ਭਗਨੀ ਨਯਨ ਤਹਿਰਿਓ ਸਮਝਾਈ ਕੈ। ਇੰਨੇ ਚਿਰ ਨੂੰ ਫਿਰ ਮਹਿਤਾ ਕਾਲੂ ਜੀ ਉੱਠਦੇ ਨੇ, ਉੱਠ ਕੇ ਰਾਏ ਬੁਲਾਰ ਕੋਲ ਚਲੇ ਜਾਂਦੇ ਆ। ਰਾਏ ਬੁਲਾਰ ਜੀ ਨੂੰ ਜਾ ਕੇ ਆਖਦੇ, ਕਹਿੰਦੇ ਵੇਖ ਲਓ ਰਾਏ ਜੀ, ਮੈਂ ਨਾਨਕ ਪੁੱਤਰ ਨੂੰ ਬਹੁਤ ਸਮਝਾਇਆ ਹੈ, ਸਮਝਾ ਥੱਕ ਗਿਆ ਹੈ ਕਿ ਤੂੰ ਜਾ ਕੇ ਆਪਣੀ ਭੈਣ ਨੂੰ ਲੈ ਕੇ ਆ, ਪਰ ਉਹ ਆਖੇ ਨਹੀਂ ਲੱਗਦਾ ਪਿਆ। ਰਾਏ ਭੇਜੋ ਦਾਸ ਤੋਂ ਬੁਲਾਏ ਸੁਖ ਰਾਸ ਰੂਪ ਸਾਦਰ ਬਸਾਏ ਪਾਕ ਪ੍ਰੇਮ ਕੀ ਪ੍ਰਕਾਸ਼ ਸੇ। ਉਸੇ ਵਕਤ ਰਾਏ ਬੁਲਾਰ ਜੀ ਨੇ ਆਪਣੇ ਇੱਕ ਨੌਕਰ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲ ਭੇਜਿਆ। ਨੌਕਰ ਜਿਹੜਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਬੁਲਾ ਕੇ ਖੜਦਾ ਹੈ, ਸੱਦ ਕੇ ਲੈ ਕੇ ਜਾਂਦਾ ਹੈ। ਤੇ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਫਿਰ ਰਾਏ ਬੁਲਾਰ ਜੀ ਦੇ ਘਰ ਜਾਂਦੇ ਹੈ, ਰਾਏ ਬੁਲਾਰ ਜੀ ਬੜੇ ਅਦਬ ਸਤਿਕਾਰ ਪਿਆਰ ਦੇ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਆਪਣੇ ਕੋਲ ਹੀ ਬਿਠਾ ਲੈਂਦੇ ਹਨ। ਮਾਥੇ ਪਰ ਹਾਥ ਪੀਰ ਗਾਤਾ ਇੱਕ ਸਾਥ ਕਹਿ ਇੱਕ ਵਾਰ ਜਹੇ ਸੁਸਾ ਆਨੀਏ ਆਵਾਜ਼ ਸੀ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਫਿਰ ਰਾਏ ਬੁਲਾਰ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਮਸਤਕ ਦੇ ਉੱਪਰ ਹੱਥ ਫੇਰਦੇ ਹੈ, ਬੜੇ ਪਿਆਰ ਦੇ ਨਾਲ ਆਖਦੇ ਨੇ, ਕਹਿੰਦੇ ਨਾਨਕ ਜੀ ਜਾਓ ਇੱਕ ਵਾਰੀ ਤੁਸੀਂ ਆਪਣੀ ਭੈਣ ਨੂੰ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਉੱਥੋਂ ਜਾ ਕੇ ਤਾਂ ਆਪਣੇ ਘਰ ਦੇ ਵਿੱਚ ਲੈ ਕੇ ਆਓ। ਦੂਜੇ ਤਾਂ ਜਾਏ ਰਹੇ ਦੇ ਸੁਖ ਪਾਏ ਹੈ ਕਾਲੂ ਕੀ ਕਲਹ ਮਿਟ ਜਾਏ ਅਨਯਾਸ ਸੇ। ਤੇ ਰਾਏ ਬੁਲਾਰ ਜੀ ਕਹਿੰਦੇ ਨੇ ਨਾਨਕ ਦੂਸਰੀ ਗੱਲ ਇਹ ਹੈ, ਜਦੋਂ ਤੁਸੀਂ ਕੁਝ ਦਿਨਾਂ ਵਾਸਤੇ ਆਪਣੀ ਭੈਣ ਕੋਲ ਜਾਓਗੇ ਨਾ ਤੇ ਜਾਣ ਦੇ ਨਾਲ ਤੁਹਾਡਾ ਵੀ ਮਨ ਕੁਝ ਹੋਰ ਹੋ ਜਾਵੇਗਾ, ਤੁਹਾਡੇ ਅੰਦਰ ਵੀ ਪ੍ਰਸੰਨਤਾ ਆਏਗੀ। ਤੇ ਇਹ ਜਿਹੜਾ ਕਾਲੂ ਹੈ ਦਿਨ ਰਾਤ ਦੁਖੀ ਹੋਇਆ ਫਿਰਦਾ ਹੈ, ਇਹ ਵੀ ਜਿਹੜਾ ਹੈ ਇਹ ਵੀ ਕੋਈ ਮਾੜਾ ਮੋਟਾ ਖੁਸ਼ ਹੋ ਜਾਵੇਗਾ। ਇਸ ਕਰਕੇ ਤੁਸੀਂ ਵੀ ਖੁਸ਼ ਹੋਵੋਗੇ, ਪਰਿਵਾਰ ਵੀ ਖੁਸ਼ ਹੋਵੇਗਾ। ਇਸ ਕਰਕੇ ਤੁਸੀਂ ਜਾ ਕੇ ਤੇ ਲੈ ਕੇ ਆਉਣਾ ਕਰੋ। ਸੁਹਾਏ ਤਬ ਹੋਈ ਜੋ ਸੁਹਾਈ ਕਰੋ ਜਾਮਨੋ ਚਿਤ ਤੁਮੇ ਅਬੇ ਸੁਸਾ ਪਾਸ ਸੇ। ਰਾਏ ਬੁਲਾਰ ਜੀ ਕਹਿੰਦੇ ਨੇ ਕਿ ਨਾਨਕ ਜੀ ਸਹਿਜ ਸੁਭਾਅ ਤੁਹਾਡਾ ਜਿਹੜਾ ਹੈ ਨਾ, ਜੀ ਚਾਹੇ ਉਦੋਂ ਤੁਸੀਂ ਆਪਣੀ ਭੈਣ ਕੋਲ ਜਾ ਸਕਦੇ ਹੋ, ਪਰ ਹੁਣ ਵੀ ਜਿਹੜਾ ਉਹ ਜਾਣਾ ਬਣਦਾ ਹੈ। ਤੁਸੀਂ ਜਾਓ ਤੇ ਜਾ ਕੇ ਲੈ ਕੇ ਆਓ। ਰਾਏ ਬੁਲਾਰ ਜੀ ਜਿਹੜੇ ਸਨ ਬਿਰਧ ਹਾਲਤ ਵਿੱਚ ਸਨ, ਬਜ਼ੁਰਗ ਹੋ ਚੁੱਕੇ ਸਨ। ਸਾਰਾ ਪਿੰਡ ਉਹਨਾਂ ਦਾ ਸਤਿਕਾਰ ਕਰਦਾ ਸੀ, ਸਾਰੇ ਲੋਕ ਜਿਹੜੇ ਉਹਨਾਂ ਦੀ ਇੱਜ਼ਤ ਕਰਦੇ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਲ ਰਾਏ ਬੁਲਾਰ ਬੜਾ ਪਿਆਰ ਕਰਦਾ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਹਿ ਦਿੱਤਾ ਵੀ ਸੱਤ ਹੈ, ਮੈਂ ਆਪਣੀ ਭੈਣ ਨੂੰ ਲੈਣ ਵਾਸਤੇ ਜਾਵਾਂਗਾ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਜਿਹੜੇ ਗੁਰੂ ਨਾਨਕ ਸਾਹਿਬ ਮਹਾਰਾਜ ਸੁੱਖਾਂ ਦੇ ਦਾਤੇ, ਮੁਕਤੀ ਦੇ ਦਾਤੇ, ਦੁੱਖਾਂ ਦਾ ਨਾਸ਼ ਕਰਨ ਵਾਲੇ, ਉਹਨਾਂ ਦੀ ਆਹ ਵਾਲੀ ਪਿਆਰ ਦੀ ਕਥਾ ਜਿਹੜੀ ਹੈ ਨਾ, ਉਹ ਮੈਂ ਤੁਹਾਨੂੰ ਸਾਰਿਆਂ ਨੂੰ ਸਰਵਣ ਕਰਵਾ ਰਿਹਾ ਹਾਂ। ਮੋਸੀ ਹਿਤ ਸਦਾ ਧਾਰੇ ਦਾਸ ਜਾਨ ਦਿਆ ਕਰੇ ਨਿਕਟ ਹਕਾਲੀਨ ਸਾਥ ਕੋ ਅਪਾਪ ਹੈ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਤਿਆਰ ਹੁੰਦੇ ਨੇ ਆਪਣੀ ਭੈਣ ਨੂੰ ਲੈਣ ਵਾਸਤੇ, ਲੈ ਕੇ ਆਉਣ ਵਾਸਤੇ, ਜਾਣ ਦੇ ਲਈ ਤਿਆਰੀ ਕਰਦੇ ਹੈ। ਨਾਲ ਇੱਕ ਨੌਕਰ ਜਾਂਦਾ ਹੈ, ਉਹਨਾਂ ਦਾ ਸਾਥੀ ਜਾਣਦਾ ਹੈ। ਕਵੀ ਸੰਤੋਖ ਸਿੰਘ ਜੀ ਫਿਰ ਉਹਦਾ ਨਾਮ ਜਿਹੜਾ ਬਾਲਾ ਹੀ ਲਿਖ ਰਹੇ ਨੇ ਕਿ ਉਹਨਾਂ ਦਾ ਸਾਥੀ ਜਿਹੜਾ ਹੈ ਨਾ, ਉਹਨੂੰ ਨਾਲ ਜਾਣ ਵਾਸਤੇ ਜਿਹੜਾ ਉਹ ਤਿਆਰ ਹੁੰਦਾ ਹੈ ਤੇ ਦੋਨੋਂ ਜਾਣੇ ਚੱਲਦੇ ਹਨ। ਮਾਤਾ ਕਰ
ਹੇਤ ਹਿਰਦਾ ਕੀਨ ਹਰ ਜਾਪਨੇ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਤੁਰਨ ਲੱਗਦੇ ਐ ਤੇ ਮਾਤ ਤ੍ਰਿਪਤਾ ਜੀ ਆਪਣੇ ਘਰ ਦੇ ਵਿੱਚੋਂ ਕੁਝ ਚੀਜ਼ਾਂ ਬੰਨ੍ਹ ਕੇ ਦਿੰਦੇ। ਸੁਭਾਵਕ ਹੈ ਕਿਸੇ ਕੋਲ ਜਾਣਾ ਹੋਵੇ ਕੋਈ ਚੀਜ਼ ਲੈ ਕੇ ਜਾਈਦਾ। ਕਹਿਣ ਲੱਗੇ ਮਾਤਾ ਜੀ ਨੇ ਕੁਝ ਚੀਜ਼ਾਂ ਜਿਹੜੀਆਂ ਨਾ ਉਹ ਬੰਨ੍ਹ ਕੇ ਦਿੱਤੀਆਂ ਤੇ ਬੜੇ ਪਿਆਰ ਦੇ ਨਾਲ ਘਰ ਦੇ ਵਿੱਚੋਂ ਉਹਨਾਂ ਦੋਵਾਂ ਨੂੰ ਵਿਦਾ ਕੀਤਾ ਹੈ। ਮੰਦ ਮੰਦ ਆਨੰਦ ਕੰਦ ਜੋ ਸੁੰਦਰ ਮੁਕੰਦ ਪਦ ਨੈਣ ਅਰਵਿੰਦ ਸੇ। ਕਵੀ ਸੰਤੋਖ ਸਿੰਘ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਵਡਿਆਈ ਕਰਦਿਆਂ ਕਹਿ ਰਹੇ ਨੇ, ਕਹਿੰਦੇ ਵੀ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੇ ਸੁੰਦਰ ਮੁਖੜੇ ਵਾਲੇ ਹੈ, ਜਿਹੜੇ ਮੁਕਤੀ ਦੇ ਦਾਤੇ ਹੈ, ਜਿਨ੍ਹਾਂ ਦੇ ਨੈਣ ਨੇਤਰ ਬੜੇ ਸੋਹਣੇ ਹੈ, ਉਹ ਫਿਰ ਜਿਹੜੇ ਹਨ ਸੁਲਤਾਨਪੁਰ ਲੋਧੀ ਦੀ ਧਰਤੀ ਨੂੰ ਤੁਰੇ ਜਾਂਦੇ ਹਨ। ਕਵੀ ਸੰਤੋਖ ਸਿੰਘ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਨਿੱਕੇ ਨਿੱਕੇ ਕਦਮਾਂ ਦੇ ਨਾਲ ਤੁਰਦੇ ਜਾ ਰਹੇ ਨੇ ਤੇ ਤੁਰਦਿਆਂ ਤੁਰਦਿਆਂ ਹੁਣ ਰਸਤੇ ਦੇ ਵਿੱਚ ਕਈ ਜੰਗਲ ਆਏ, ਕਈ ਕੁਝ ਆਇਆ। ਕਹਿੰਦੇ ਪਤਝੜ ਦੀ ਰੁੱਤ ਸੀ ਉਸ ਵਕਤ। ਸਾਰੇ ਦਰਖਤਾਂ ਦੇ ਪੱਤੇ ਜਿਹੜੇ ਸਨ ਉਹ ਝੜ ਚੁੱਕੇ ਸਨ। ਕੇਵਲ ਬ੍ਰਿਸ਼ ਜਿਹੜੇ ਸਨ, ਭਾਵ ਰੁੱਖ ਜਿਹੜੇ ਸਨ, ਉਹ ਪੱਤਿਆਂ ਤੋਂ ਬਿਨਾਂ ਇਕੱਲੇ ਨਜ਼ਰ ਆ ਰਹੇ ਸਨ। ਕਵੀ ਸੰਤੋਖ ਸਿੰਘ ਜੀ ਕਹਿੰਦੇ ਸਤਿਗੁਰੂ ਤੁਰੇ ਜਾਂਦੇ ਤੇ ਰਸਤੇ ਦੇ ਵਿੱਚ ਜਿੱਥੇ ਹੋਰ ਬਹੁਤ ਸਾਰੇ ਦਰਖਤ ਆਏ, ਉੱਥੇ ਅੰਬਾਂ ਦੇ ਦਰਖਤ ਵੀ ਆਏ, ਜਿਨ੍ਹਾਂ ਨੂੰ ਉਸ ਵਕਤ ਬੂਰ ਪਿਆ ਹੋਇਆ ਸੀ। ਬਹੁਤ ਸਾਰੀਆਂ ਕੋਇਲਾਂ ਜਿਹੜੀਆਂ ਸੀ, ਕੋਇਲ ਜਿਹੜੀ ਹੈ ਉਹ ਅੰਬਾਂ ਦੇ ਦਰਖਤ 'ਤੇ ਆਣ ਕੇ ਬੈਠਦੀ ਹੈ। ਸਾਡੇ ਪੰਜਾਬੀ ਦੇ ਕਵੀਆਂ ਨੇ ਬਹੁਤ ਵਾਰ ਇਸ ਦਾ ਜ਼ਿਕਰ ਕੀਤਾ। ਜਦੋਂ ਅੰਬਾਂ ਨੂੰ ਪਿਆ ਬੂਰ ਹੋਵੇ, ਕੋਇਲ ਉਸ ਥਾਂ 'ਤੇ ਆ ਕੇ ਚਹਿਕਦੀ ਹੈ। ਉੱਥੇ ਆਣ ਕੇ ਕੋਇਲਾਂ ਜਿਹੜੀਆਂ ਸਨ ਉਹ ਚਹਿਕ ਰਹੀਆਂ ਸਨ, ਕੂਕ ਰਹੀਆਂ ਸਨ, ਆਨੰਦ ਮਾਣਦੀਆਂ ਸਨ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਨਾਲ ਉਹਨਾਂ ਦੇ ਸਾਥੀ ਨੇ ਰਸਤੇ ਦੇ ਵਿੱਚ ਬਹੁਤ ਸਾਰੇ ਜਾਨਵਰ ਤੱਕੇ ਨੇ। ਉਹਨਾਂ ਨੂੰ ਕਈ ਤੋਤੇ ਨਜ਼ਰ ਆਏ, ਕਈ ਚਿੜੀਆਂ ਨਜ਼ਰ ਆਈਆਂ, ਰਸਤੇ 'ਚ ਕਈ ਬੰਗਲੇ ਵੀ ਦੇਖੇ ਹੋਣਗੇ। ਉਹਨਾਂ ਨੇ ਕਾਂ ਇਤਿਆਦਿਕ, ਮੋਰ ਤੇ ਹੋਰ ਜਿਹੜੇ ਵਧੀਆ ਵਧੀਆ ਜਾਨਵਰ ਸਨ, ਪਸ਼ੂ ਪੰਛੀ ਸਨ, ਜਿਹੜੇ ਰਸਤੇ ਦੇ ਵਿੱਚ ਬੋਲ ਬੋਲ ਕੇ ਬੜਾ ਸੋਹਣਾ ਕੌਤਕ ਜਿਹੜਾ ਸਿਰਜਦੇ ਪਏ ਸਨ, ਉਹ ਸਾਰੇ ਨਜ਼ਰ ਆਏ ਹਨ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਤੇ ਉਹਨਾਂ ਦੇ ਸਾਥੀ ਨੇ ਕਈ ਕਬੂਤਰ ਵੇਖੇ ਰਸਤੇ ਦੇ ਵਿੱਚ, ਕਈ ਭੌਰੇ ਆਏ, ਕਈ ਹੋਰ ਜਿਹੜੇ ਬਹੁਤ ਸਾਰੇ ਜਾਨਵਰ ਤੇ ਪਸ਼ੂ ਪੰਛੀ ਰੰਗ ਬਰੰਗੇ ਜਿਹੜੇ ਸਨ ਉਹ ਸਾਰੇ ਦੇ ਸਾਰੇ ਦੇਖੇ ਹਨ। ਕਹਿਣ ਲੱਗੇ ਇਦਾਂ ਕਰਕੇ ਕਈ ਜੰਗਲ ਲੰਘਣ ਤੋਂ ਬਾਅਦ ਆਖਿਰਕਾਰ ਗੁਰੂ ਨਾਨਕ ਸਾਹਿਬ ਮਹਾਰਾਜ ਆਪਣੇ ਸਾਥੀ ਦੇ ਸਮੇਤ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਪਹੁੰਚ ਜਾਂਦੇ ਹੈ। ਉੱਥੇ ਗਿਆ ਬਹੁਤ ਸਾਰੇ ਲੋਕ ਜਿਹੜੇ ਸਨ ਖੁਸ਼ੀਆਂ ਮਨਾ ਰਹੇ ਸਨ। ਕਹਿਣ ਲੱਗੇ ਬਹੁਤ ਸਾਰੇ ਲੋਕ ਚਾਹੇ ਗਰੀਬ ਹੋਣ ਅਮੀਰ ਹੋਣ ਜਿਹੜੇ ਸਨ ਰਲ ਮਿਲ ਕੇ ਖੁਸ਼ੀਆਂ ਮਨਾ ਰਹੇ ਸਨ ਤੇ ਤਾੜੀਆਂ ਮਾਰ ਮਾਰ ਕੇ ਆਪਣੇ ਮੁਖ ਤੋਂ ਗਾ ਰਹੇ ਸਨ। ਕਹਿਣ ਲੱਗੇ ਕਈ ਲੋਕ ਇੱਕ ਦੂਸਰੇ ਤੇ ਰੰਗ ਪਾ ਰਹੇ ਸਨ, ਪ੍ਰਸੰਨਤਾ ਦੇ ਨਾਲ ਖੁਸ਼ੀ ਦੇ ਨਾਲ ਗੀਤ ਗਾਏ ਜਾ ਰਹੇ ਸਨ। ਭਾਵ ਸੁਲਤਾਨਪੁਰ ਦੇ ਵਿੱਚ ਬਹੁਤ ਸਾਰੀ ਖੁਸ਼ੀ ਤੇ ਆਨੰਦ ਮਾਣਿਆ ਜਾ ਰਿਹਾ ਸੀ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਸੋਹਣੇ ਮੁਖੜੇ ਵਾਲੇ ਗੁਰੂ ਨਾਨਕ ਸਾਹਿਬ ਮਹਾਰਾਜ ਜਿਨ੍ਹਾਂ ਦਾ ਕੋਈ ਨਾਮ ਜਪ ਲਵੇ ਤੇ ਬੰਧਨਾਂ ਤੋਂ ਮੁਕਤ ਹੋ ਜਾਈਦਾ ਏ। ਆਖਿਰਕਾਰ ਉਹ ਆਪਣੀ ਭੈਣ ਬੇਬੇ ਨਾਨਕੀ ਜੀ ਦੇ ਘਰ ਪਹੁੰਚ ਗਏ ਹਨ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਬੜੇ ਆਦਰ ਸਤਿਕਾਰ ਦੇ ਨਾਲ
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਬਿਠਾਇਆ ਗਿਆ। ਘਰ ਦੀ ਸੁੱਖ ਸ਼ਾਂਤੀ ਰਾਜੀ ਖੁਸ਼ੀ ਜਿਹੜੀ ਪੁੱਛੀ ਹੈ, ਹੋਰ ਬਹੁਤ ਸਾਰੇ ਪ੍ਰਸ਼ਨ ਜਿਹੜੇ ਹੈ ਇੱਕ ਦੂਸਰੇ ਨੂੰ ਪੁੱਛੇ ਹਨ ਤੇ ਖੁਸ਼ੀ ਦੇ ਨਾਲ ਬੈਠੇ ਹੋਏ ਹਨ। ਕਵੀ ਸੰਤੋਖ ਸਿੰਘ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਇੱਕ ਦਿਨ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਆਪਣੀ ਭੈਣ ਬੇਬੇ ਨਾਨਕੀ ਜੀ ਦੇ ਕੋਲ ਰਹਿੰਦੇ ਹੈ। ਇੱਕ ਦਿਨ ਰਹਿਣ ਤੋਂ ਬਾਅਦ ਫਿਰ ਆਖਿਰ ਗੁਰੂ ਨਾਨਕ ਸਾਹਿਬ ਮਹਾਰਾਜ ਭਾਈਆ ਜੈ ਰਾਮ ਜੀ ਨੂੰ ਆਖਦੇ ਹੈ ਕਿ ਹੁਣ ਸਾਨੂੰ ਆਗਿਆ ਦਿਓ, ਅਸੀਂ ਜਾਣਾ ਹੈ। ਮੇਰੇ ਧਾਮ ਰਹੇ ਸੇਵਾ ਕਰੋ ਜੋ ਕਰੇ ਤੁਮ, ਸੰਤ ਰੂਪ ਦੇਖਦੇ ਕਲਪ ਦੁਖ ਖੇਦ ਹੈ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਅੱਗੋਂ ਫਿਰ ਭਾਈਆ ਜੈ ਰਾਮ ਜੀ ਆਖਦੇ ਨੇ, ਕਹਿੰਦੇ ਵੀ ਤੁਸੀਂ ਕੁਝ ਦਿਨ ਮੇਰੇ ਕੋਲ ਹੋਰ ਰੁਕ ਜਾਵੋ। ਤੁਸੀਂ ਸਰਬ ਸ਼ਕਤੀਮਾਨ ਹੋ, ਤੁਹਾਡੀ ਜਿਹੜੀ ਉਸਤਤ ਹੈ ਵਡਿਆਈ ਹੈ ਉਹ ਸਾਰੇ ਪਾਸੇ ਹੁੰਦੀ ਹੈ, ਤੁਸੀਂ ਸੰਤ ਸਰੂਪ ਹੋ, ਇਸ ਕਰਕੇ ਮੇਰੇ ਕੋਲ ਰਹੋ। ਮੈਂ ਆਪ ਜੀ ਦੀ ਸੇਵਾ ਕਰਾਂਗਾ ਤੇ ਤੁਹਾਡੀ ਸੇਵਾ ਕਰਨ ਦੇ ਨਾਲ ਮੇਰੇ ਵੀ ਦੁੱਖਾਂ ਦਾ ਨਾਸ਼ ਹੋ ਜਾਵੇਗਾ। ਜਨਕ ਰਾਮ ਕੇ ਸਖਾਨੇ ਮੈਂ ਨਾਰਦਾ ਦੇ ਅਸ਼ਕੇ ਸ਼ਹੌਰਪੁਰ ਆਵਈ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਫਿਰ ਭਾਈਆ ਜੈ ਰਾਮ ਜੀ ਦੇ ਜਿਹੜੇ ਪਿਤਾ ਜੀ ਸਨ, ਭਾਵ ਬੇਬੇ ਨਾਨਕੀ ਜੀ ਦੇ ਸਹੁਰਾ ਜੀ, ਉਹਨਾਂ ਦਾ ਨਾਮ ਕਵੀ ਸੰਤੋਖ ਸਿੰਘ ਜੀ ਪਰਮਾਨੰਦ ਲਿਖ ਰਹੇ ਨੇ। ਕਹਿੰਦੇ ਉਹਨਾਂ ਨੇ ਕਿਹਾ ਵੀ ਨਹੀਂ, ਨਾਨਕ ਜੀ ਆਪਣੀ ਭੈਣ ਨੂੰ ਲੈਣ ਵਾਸਤੇ ਆਏ ਹੈ ਤੇ ਉਹਨਾਂ ਨੂੰ ਜਾਣਾ ਚਾਹੀਦਾ ਹੈ। ਫਿਰ ਜਦੋਂ ਕਿਤੇ ਆਉਣਗੇ ਤੇ ਫਿਰ ਰਹਿ ਲੈਣਗੇ, ਪਰ ਹੁਣ ਜਾਣਾ ਹੀ ਠੀਕ ਹੈ। ਅਗਨੀ ਕਿਲੇਤ ਮਾਤ ਪਿਤਾ ਕੇ ਪਠਾਈ, ਜਾਣੇ ਜੋਗ ਜਾਨੋ ਆਬ ਨਹੀਂ ਪੁਨ ਜਾਵਈ। ਕਹਿਣ ਲੱਗੇ ਕਿ ਇਹਨਾਂ ਦੇ ਮਾਤਾ ਪਿਤਾ ਨੇ ਭੇਜਿਆ ਹੈ ਤੇ ਭੇਜਿਆ ਕੇਵਲ ਨਾਨਕੀ ਨੂੰ ਲੈਣ ਵਾਸਤੇ ਹੈ, ਇਸ ਕਰਕੇ ਇਹ ਨਾਨਕੀ ਨੂੰ ਲੈਣ ਆਏ, ਇਹਨਾਂ ਦਾ ਜਾਣਾ ਹੀ ਠੀਕ ਹੈ। ਜਾਂ ਬਿਦ ਵਿਚਾਰ ਕੀਨ ਸਭਨ ਕੋ ਬਿਦਾ ਦੀਨ, ਚਲੇ ਤਲਵੰਡੀ ਮਦ ਸੁੰਦਰ ਸੁਹਾਵਈ। ਇਦਾਂ ਕਰਕੇ ਸਾਰਿਆਂ ਨੇ ਵਿਚਾਰ ਕੀਤੀ ਹੈ ਤੇ ਵਿਚਾਰ ਕਰਨ ਤੋਂ ਬਾਅਦ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਵਿਦਾ ਕੀਤਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਆਪਣੀ ਭੈਣ ਨੂੰ ਨਾਲ ਲੈ ਕੇ ਤਲਵੰਡੀ ਵਾਲੇ ਪਾਸੇ ਨੂੰ ਆ ਗਏ ਹਨ। ਕਵੀ ਸੰਤੋਖ ਸਿੰਘ ਜੀ ਕਹਿੰਦੇ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਤਲਵੰਡੀ ਦੇ ਵਿੱਚ ਆਉਂਦੇ ਨੇ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਤੱਕ ਕੇ ਨਾਲ ਹੀ ਉਸ ਵਕਤ ਨਾਨਕੀ ਜੀ ਨੂੰ ਤੱਕ ਕੇ ਮਾਤ ਤ੍ਰਿਪਤਾ ਜਿਹੜੀ ਹੈ ਉਹ ਬੜੀ ਪ੍ਰਸੰਨ ਹੋ ਰਹੀ ਹੈ, ਭਾਵ ਫੁੱਲਾਂ ਦੇ ਵਿੱਚ ਨਹੀਂ ਸਮਾ ਰਹੀ। ਰਾਏ ਸੁਨ ਕੋ ਨਿਜ ਬਲੰਗੋ ਆਵਨ ਦਾਸ ਪਠਾਵਨ ਕੀਨ ਤਦਾਈ। ਜਦੋਂ ਕਿਤੇ ਰਾਏ ਬੁਲਾਰ ਜੀ ਨੂੰ ਪਤਾ ਲੱਗਾ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਆ ਗਏ ਹਨ, ਉਹ ਉਸੇ ਵੇਲੇ ਬੜੇ ਪ੍ਰਸੰਨ ਹੋਏ ਤੇ ਉਹਨਾਂ ਨੇ ਇੱਕ ਨੌਕਰ ਘੱਲਿਆ ਹੈ। ਲੀਨ ਬਲਾਏ ਸੁਪਾਤ ਰਸਾਇਣ ਦੇ ਸੁਖ ਪਾਏ ਅੱਖੀ ਭਰ ਆਈ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਉਸ ਨੌਕਰ ਨੇ ਆਣ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਬੁਲਾਇਆ ਹੈ ਤੇ ਬੁਲਾ ਕੇ ਖੜਿਆ ਤੇ ਰਾਏ ਬੁਲਾਰ ਜੀ ਨੇ ਉਹਨਾਂ ਨੂੰ ਬੜੇ ਪਿਆਰ ਦੇ ਨਾਲ ਆਪਣੇ ਕੋਲ ਬਿਠਾ ਲਿਆ ਹੈ। ਕਵੀ ਸੰਤੋਖ ਸਿੰਘ ਜੀ ਕਹਿੰਦੇ ਫਿਰ ਰਾਏ ਬੁਲਾਰ ਜੀ ਨੇ ਬੜੇ ਪਿਆਰ ਦੇ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲੋਂ ਸੁੱਖ ਸ਼ਾਂਤੀ ਪੁੱਛੀ ਹੈ। ਉਹਨਾਂ ਨੂੰ ਪੁੱਛਿਆ ਹੈ ਵੀ ਕਿਵੇਂ ਤੁਸੀਂ ਠੀਕ ਹੋ, ਸਫ਼ਰ ਕਿਵੇਂ ਦਾ ਰਿਹਾ, ਜਿਵੇਂ ਆਮ ਕਰਕੇ ਸੁਭਾਵਕ ਆਪਾਂ ਪੁੱਛਦੇ ਹਾਂ, ਬੜੇ ਪਿਆਰ ਦੇ ਨਾਲ ਰਾਏ ਬੁਲਾਰ ਜੀ ਪੁੱਛ ਰਹੇ ਹਨ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਜਦੋਂ ਫਿਰ ਰਾਏ ਬੁਲਾਰ ਜੀ ਨੇ ਪੁੱਛਿਆ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਸ ਵਕਤ ਜਿਹੜਾ ਹੈ ਪ੍ਰਸ਼ੰਸਾ ਕੀਤੀ ਹੈ ਆਪਣੇ ਭਾਈਆ ਜੈ ਰਾਮ ਜੀ ਦੀ ਵੀ, ਕਿ ਜੈ ਰਾਮ ਜੀ ਬਹੁਤ ਚੰਗੇ ਹਨ, ਚੰਗੇ ਸੁਭਾਅ ਵਾਲੇ ਹਨ। ਕਵੀ ਸੰਤੋਖ ਸਿੰਘ ਜੀ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ, ਉਹਨਾਂ ਦੇ ਸਤਿਕਾਰਯੋਗ ਵੱਡੇ ਭੈਣ ਬੇਬੇ ਨਾਨਕੀ ਜੀ ਦਾ ਇਤਿਹਾਸ ਦਰਸਾ ਰਹੇ ਹਨ। ਕਿਵੇਂ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਵੀ ਭੈਣ ਦੇ ਨਾਲ ਹੀ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਜਾਣਗੇ, ਇਹ ਆਉਣ ਵਾਲੇ ਅਗਲੇਰੇ ਦੀਵਾਨਾਂ ਦੇ ਵਿੱਚ ਇਤਿਹਾਸ ਦੀ ਲੜੀ ਸਰਵਣ ਕਰਾਂਗੇ।